हेलो एवरीवन, वेलकम टू ऑल ऑन पंजाब मैंटर यूट्यूब चैनल। सो टूडे ਆਪਾਂ ਤੁਹਾਡੇ ਨਾਲ ਇੱਕ ਪੰਜਾਬੀ ਦਾ ਪੈਰਾਗ੍ਰਾਫ ਲਿਖਾਂਗੇ। ਠੀਕ ਹੈ, ਤੁਹਾਨੂੰ ਮਤਲਬ ਪਤਾ ਚੱਲ ਜਾਊਗਾ ਆਪਾਂ ਕਿਸ ਤਰ੍ਹਾਂ ਪੰਜਾਬੀ ਦੇ ਪੈਰਾਗ੍ਰਾਫ ਦੀ ਐਮਐਸ ਵਰਡ ਦੇ ਵਿੱਚ ਪ੍ਰੈਕਟਿਸ ਕਰ ਸਕਦੇ ਹਾਂ। ਠੀਕ ਹੈ, ਕਿਉਂਕਿ ਕੋਈ ਵੀ ਆਪਾਂ ਮੰਨ ਕੇ ਚੱਲ ਵੀ ਆਨਲਾਈਨ ਚੰਕਸ ਲਗਾ ਰਹੇ ਹਾਂ, ਉਸ ਤੋਂ ਪਹਿਲਾਂ ਆਪਣੇ ਲਗਭਗ 50 ਦੇ ਅਪਰੋਕਸ ਪੈਰਾਗ੍ਰਾਫ ਆਪਣੇ ਲਿਖੇ ਹੋਣੇ ਚਾਹੀਦੇ ਹਨ ਕਿਸੇ ਬੁੱਕ ਨੂੰ ਕਾਪੀ ਨੂੰ ਦੇਖ ਕੇ। ਠੀਕ ਹੈ, ਤਾਂ ਉਸ ਤੋਂ ਤੁਸੀਂ ਜਿਹੜੀ ਆਪਣੀ ਸਪੀਡ ਹੋਰ ਗੇਨ ਕਰ ਸਕਦੇ ਹੋ, ਵਧਾ ਸਕਦੇ ਹੋ। ਠੀਕ ਹੈ, ਤਾਂ ਅੱਜ ਆਪਾਂ ਤੁਹਾਡੇ ਨਾਲ ਪੰਜਾਬੀ ਦਾ ਪੈਰਾਗ੍ਰਾਫ ਲਿਖਾਂਗੇ ਜਿਸ ਦੇ ਵਿੱਚ 500 ਦੇ ਅਪਰੋਕਸ ਵਰਡਸ ਹੈ। ਮੈਂ ਨਾਲ ਦੀ ਨਾਲ ਬੋਲਦਾ ਜਾਵਾਂਗਾ, ਤੁਸੀਂ ਵੀ ਇਸੇ ਸਪੀਡ ਦੇ ਉੱਤੇ ਲਿਖਣਾ, ਤੁਹਾਡੀ ਵੀ ਟਾਈਪਿੰਗ ਬਹੁਤ ਜ਼ਿਆਦਾ ਇੰਪਰੂਵ ਹੋਵੇਗੀ। ਠੀਕ ਹੈ, ਤਾਂ ਸਟਾਰਟ ਕਰਦੇ ਹਾਂ ਆਪਾਂ। ਅੱਜ ਦਾ ਪੈਰਾਗ੍ਰਾਫ ਆਪਣਾ ਬੇਰੁਜ਼ਗਾਰੀ ਦਾ ਹੈਗਾ। ਠੀਕ ਹੈ, ਇੰਪੋਰਟੈਂਟ ਪੈਰਾਗ੍ਰਾਫ ਹੈਗਾ, ਸੋ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ। ਸੋ ਆਪਾਂ ਸਟਾਰਟ ਕਰਦੇ ਹਾਂ। ਠੀਕ ਹੈ, ਨਾਲ ਦੀ ਨਾਲ ਮੈਂ ਬੋਲਦਾ ਵੀ ਜਾਵਾਂਗਾ। फर्स्ट लाइन है जी, बेरोजगारी बेरोजगारी दुनिया भर दे देशां विच दिन प्रति दिन वध रही है, पर भारत विच ਇਸ ਦੇ ਤੇਜ਼ੀ ਨਾਲ ਵਧਣ ਦੀ ਰਫ਼ਤਾਰ ਸਭ ਦੇਸ਼ਾਂ ਨਾਲੋਂ ਬਥੇਰੇ ਹੈ। ਇਸ ਦਾ ਜੋ ਖਤਰਨਾਕ ਰੂਪ ਵਰਤਮਾਨ ਸਮੇਂ ਵਿੱਚ ਦਿਖਾਈ ਦੇ ਰਿਹਾ ਹੈ, ਇਹੋ ਜਿਹਾ ਪਹਿਲਾਂ ਕਦੇ ਵੀ ਦੇਖਣ ਵਿੱਚ ਨਹੀਂ ਸੀ ਆਇਆ। अर्थ विग्यानियां अर्थ देखो हुण इत्थे आपां डंडी पाउणी अर्थ तो बाद। ठीक है, तो मैं तुहानूं सारा कुछ चैनल ते करवाया हैगा भी आपां राइट अल्ट 4-5 तो ये डंडी पा सकते हैं। स्क्रीन ते देखो सारे आने। ठीक है, तो इस तरह दा नवीं चीज़ां भी नाल दी नाल तुसीं स्किप नहीं करनियां, कुछ भी आपां स्किप नहीं करना। ठीक है, अर्थ विग्यानियां अनुसार भारत दी बेरोजगारी ਦਾ ਸਰੂਪ ਦੁਨੀਆ ਦੇ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਕਾਫੀ ਭਿੰਨ। ठीक है, अलग मतलब तुसी टेढ़ी डंडी पाउणी। मैं तुहानूं प्रीवियस क्लास विच करवाया हैगा भी जेकर तुसी पाउणा चाहुंदे हो राइट अल्ट 4 लैफ्ट अल्ट 4-7। ठीक है, लैफ्ट अल्ट 4-7 खड़े वेट करो। सो मेरी नाम लॉक की ओपन नहीं सी। ठीक है, नाम लॉक की जी तुहाडे कीबोर्ड दे ऑन होनी चाहिए है, मैं ऑफ करती सी तां करके नहीं पै रही सी। मैं भी आख्या क्यों नहीं पै रही। ठीक है, कारण यही सीगा। तो लैफ्ट अल्ट 4-7। ठीक है, इस तो ये डंडी तुसीं पा सकते हो, ये अपने जिहड़े पैरे दे विच पाउणी सी आपां। ठीक है, दोबारा फिर नाम लॉक की अपनी ऑन रखो, मेरी भी ऑफ सीगी। ठीक है, जिस करके मैनूं ये प्रॉब्लम आ गई। भिन्न अलग है, विकसित ਅਤੇ ਸਾਰੀਆਂ ਸੁਵਿਧਾਵਾਂ ਤੋਂ ਭਰਪੂਰ ਉਦਯੋਗਿਕ ਦੇਸ਼ਾਂ ਵਿੱਚ ਚੱਕਰੀ बेरोजगारी है, चक्री बेरोजगारी है।
ਜਦ ਕਿ ਭਾਰਤ ਵਿੱਚ ਇਸ ਦਾ ਸਰੂਪ ਲੰਮੇ ਅਰਸੇ ਤੋਂ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਵਿੱਚ ਇਸ ਦੇ ਕਈ ਰੂਪ ਹਨ। ठीक है, इस तो बाद ਜਿਹੜੀਆਂ दो मैं ਤੁਹਾਨੂੰ ਕਰਵਾਏ ਸੀ, दो ਬਿੰਦੀਆਂ ਲੈਫਟ ਅਲਟ 58 देखो। ठीक है, ये सारा कुछ मैं नाल नाल ਤੁਹਾਨੂੰ ਕਰਵਾਉਂਦਾ ਜਾ ਰਿਹਾ ਹਾਂ। ਪੈਰਾਗ੍ਰਾਫ विद ਸਿੰਬਲਸ सारा कुछ शॉर्टकट कीज। ठीक है, ਤਾਂ ਹਨ ਜਿਵੇਂ मौसमी बेरोजगारी, ठीक है जी। छिपी हुई बेरोजगारी, ਅਤੇ अल्प बेरोजगारी, असिख्यत बेरोजगारी, बेरोजगारी दे ये सारे रूप, बेरोजगारी दे ये सारे रूप ਭਾਰਤ ਦੇ ਵੱਖ-ਵੱਖ ਸੁਣ ਮੈਂ ਕਰਵਾਏਗਾ ਲੈਫਟ ਅਲਟ 4-5। ठीक है, इस तो बाद ये वाली डंडी पा सकते हो ਵੱਖ-ਵੱਖ। ठीक है, ये वाली डंडी पाउनी है ਵੱਖ-ਵੱਖ ਪਿੰਡਾਂ ਦੀ ਕਿਸਾਨੀ ਵਿੱਚ ਮਿਲਦੇ ਹਨ। ਇਸ ਤੋਂ ਇਲਾਵਾ ਸ਼ਹਿਰੀ ਬੇਰੁਜ਼ਗਾਰੀ ਵਿੱਚ ਉਦਯੋਗਿਕ ਬੇਰੁਜ਼ਗਾਰੀ, ਤੇ ਪੜ੍ਹੇ ਇਸ ਤੋਂ ਬਾਅਦ ਡੰਡੀ ਆਊਗੀ। ਠੀਕ ਹੈ, ਤਾਂ ਜਿਹੜੀ ਵਿਚਾਲੇ ਸਮਾਸੀ ਸ਼ਬਦ ਵਾਲੀ ਹੈ ਨਾ ਡੰਡੀ ਹੈ, ਤਾਂ ਉਹ ਲੈਫਟ ਅਲਟ 4-5। ਠੀਕ ਹੈ, ਪੜ੍ਹੇ ਲਿਖੇ ਲੋਕਾਂ ਦੀ ਬੇਰੁਜ਼ਗਾਰੀ ਸ਼ਾਮਲ ਹੁੰਦੀ ਹੈ। ਬਹੁਤ ਬੇਰੁਜ਼ਗਾਰ ਸਰਕਾਰੀ ਦਫ਼ਤਰਾਂ ठीक है, इस तो जी मैं तुम डंडी करवाई है लैफ्ट अल्ट 4-7। ठीक है, ये वाली इसमें याद रखना। सरकारी दफ्तर निजी ਕੰਮਾਂ ਤੋਂ ਨਿਰਾਸ਼ ਹੋ ਚੁੱਕੇ ਹਨ, ਤੇ ਬਹੁਤੇ ਅਜਿਹੇ ਹਨ ਜਿਨ੍ਹਾਂ ਨੂੰ ਰੁਜ਼ਗਾਰ ਦਫ਼ਤਰਾਂ ਦਾ ਰਾਹ ਵੀ ਪਤਾ ਨਹੀਂ। ਪਿੱਛੇ ਜਿਹੇ ਭਾਰਤ ਅਤੇ ਪਾਕਿਸਤਾਨ ਦੀ ਲੜਾਈ ਸਮੇਂ ਵੱਖ-ਵੱਖ ਇਸ ਨੂੰ ਡੰਡੀ ਮੈਂ ਤੁਹਾਨੂੰ ਕਰਵਾਈ ਹੈ ਲੈਫਟ ਅਲਟ 4-5 ਵੱਖ-ਵੱਖ ਰਾਜਾਂ ਵਿੱਚ ਫੌਜੀ ਭਰਤੀ ਲਈ ਲੱਗਿਆ ਨੌਜਵਾਨਾਂ ਦੀਆਂ ਭੀੜਾਂ ਤੂੰ ਬੇਰੁਜ਼ਗਾਰੀ
ਦੇ ਵਿਕਰਾਲ ਰੂਪ ਦੇ ਦਰਸ਼ਨ ਕੀਤੇ ਜਾ ਸਕਦੇ ਸਨ। ਪੜ੍ਹੇ ਲਿਖੇ ਤੇ ਸਿਖਲਾਈ ਪ੍ਰਾਪਤ, ਪੜ੍ਹੇ ਲਿਖੇ ਲੈਫਟ ਅਲਟ 4 5, ਠੀਕ ਹੈ ਡੰਡੀ, ਪੜ੍ਹੇ ਲਿਖੇ ਤੇ ਸਿਖਲਾਈ ਪ੍ਰਾਪਤ ਬੇਰੁਜ਼ਗਾਰਾਂ ਦੀ ਗਿਣਤੀ, ਬੇਰੁਜ਼ਗਾਰਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ, ਦਿਨੋਂ ਦਿਨ ਵਧਦੀ ਜਾ ਰਹੀ ਹੈ। ਭਾਰਤ ਵਿੱਚ ਦਿਨੋਂ ਦਿਨ ਵਧ ਰਹੀ ਬੇਰੁਜ਼ਗਾਰੀ, ਭਾਰਤ ਵਿੱਚ ਦਿਨੋਂ ਦਿਨ ਵਧ ਰਹੀ ਬੇਰੁਜ਼ਗਾਰੀ ਦੀ ਗਿਣਤੀ ਦਿਨੋਂ ਦਿਨ, ਭਾਰਤ ਵਿੱਚ ਵਧ ਰਹੀ ਬੇਰੁਜ਼ਗਾਰੀ ਨੂੰ ਦੇਖਦੇ ਹੋਏ ਨੌਜਵਾਨ ਵਿਦੇਸ਼ਾਂ ਦਾ ਰਾਹ ਦੇਖ ਰਹੇ ਹਨ, ਨੌਜਵਾਨ ਵਿਦੇਸ਼ਾਂ ਦਾ ਰਾਹ ਦੇਖ ਰਹੇ ਹਨ। ਭਾਰਤ ਵਿੱਚੋਂ ਰੁਜ਼ਗਾਰ ਦੀ ਭਾਲ, ਭਾਰਤ ਵਿੱਚੋਂ ਰੁਜ਼ਗਾਰ ਦੀ ਭਾਲ ਵਿੱਚ ਧੜ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ, ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੀ ਬੇਰੁਜ਼ਗਾਰੀ ਵਿੱਚ ਹੀ ਸ਼ਾਮਲ ਕਰਨਾ ਚਾਹੀਦਾ, ਨੂੰ ਵੀ ਬੇਰੁਜ਼ਗਾਰੀ ਵਿੱਚ ਹੀ ਸ਼ਾਮਲ ਕਰਨਾ ਚਾਹੀਦਾ ਹੈ। ਭਾਰਤ ਵਿੱਚ ਬੇਰੁਜ਼ਗਾਰੀ ਵਿੱਚ ਵਾਧੇ ਦਾ ਮੁੱਖ ਕਾਰਨ, ਭਾਰਤ ਵਿੱਚ ਬੇਰੁਜ਼ਗਾਰੀ ਵਿੱਚ ਵਾਧੇ ਦਾ ਮੁੱਖ ਕਾਰਨ ਆਬਾਦੀ ਵਿੱਚ ਵਿਸਫੋਟਕ ਵਾਧਾ ਹੈ, ਆਬਾਦੀ ਵਿੱਚ ਵਿਸਫੋਟਕ ਵਾਧਾ ਹੈ। 1951 ਵਿੱਚ ਭਾਰਤ ਦੀ ਆਬਾਦੀ ਵਿੱਚ ਕੇਵਲ 35 ਕਰੋੜ ਦੇ ਲਗਭਗ ਸੀ, ਕੇਵਲ 35 ਕਰੋੜ ਦੇ ਲਗਭਗ ਸੀ, ਪਰੰਤੂ ਇਹ 2.7% ਦੀ ਮੈਂ ਤੁਹਾਨੂੰ ਕਰਵਾਈ ਹੈ ਸ਼ਾਰਟਕਟ ਕੀ ਲੈਫਟ ਅਲਟ 37, ਠੀਕ ਹੈ, ਪਰਸੈਂਟ ਸੇ ਪੈ ਜਾਂਦੀ ਹੈ, ਯਾਦ ਰੱਖੋ। ਸਾਲਾਨਾ ਦਰ ਨਾਲ ਵਧਦੀ ਹੋਈ ਅੱਜ 105 ਕਰੋੜ ਤੋਂ ਉੱਪਰ ਹੋ ਚੁੱਕੀ ਹੈ। ਸੋ ਇਸ ਤਰ੍ਹਾਂ ਤੁਸੀਂ ਜਿਹੜੀਆਂ ਤੁਹਾਨੂੰ ਲੱਗ ਰਿਹਾ ਹੈ ਨਾ ਵੀ ਸ਼ਾਰਟਕਟ ਕੀਜ਼ ਵੀ ਵਰਤ ਰਿਹਾ ਮੈਂ ਨਾਲ, ਠੀਕ ਹੈ, ਜਿਹੜੀ ਵੀ ਚੀਜ਼ ਆ ਰਹੀ ਹੈ ਮੈਂ ਸਾਰਾ ਕੁਝ ਤੁਹਾਨੂੰ ਪਾ ਕੇ ਦਿਖਾ ਰਿਹਾ, ਠੀਕ ਹੈ। ਤੁਸੀਂ ਵੀ ਆਪਣੇ ਨਾਲ ਦੀ ਨਾਲ ਪ੍ਰੈਕਟਿਸ ਕਰਦੇ ਜਾਓ, ਠੀਕ ਹੈ। ਇਸ ਤੋਂ ਨੈਕਸਟ ਵੀ ਆਪਾਂ ਲਿਖਦੇ ਹਾਂ, ਥੋੜਾ ਵੇਟ ਕਰੋ। ਨੈਕਸਟ ਹੈ ਆਪਣਾ ਆਬਾਦੀ ਦੇ ਇਸ ਤੇਜ਼ ਰਫ਼ਤਾਰ ਵਾਧੇ ਨੇ ਯੋਜਨਾਵਾਂ ਵਿੱਚ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ
मिथे टीचे पूरे नहीं होण ਅਤੇ ਯੋਜਨਾਵਾਂ ਨੂੰ ਤਹਿਸ ਠੀਕ ਹੈ ਡੰਡੀ ਪਾਉਣੀ ਹੈ ਵਿਚਾਰਕਾਰ ਸਮਾਸੀ ਸ਼ਬਦ ਵਾਲੀ ਲੈਫਟ ਅਲਟ 545 ਤਹਿਸ ਨਹਿਸ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਾਡੇ ਦੇਸ਼ ਵਿੱਚ ਆਰਥਿਕ विकास की धीमी रफ्तार प्लानां की असफलता खेतीबाड़ी के विकास वाल लोड़ीदा खेती के विकास वाल लोड़ी का ध्यान ना दिता जाना लघु ते कुटीर उद्योगों प्रति अणगहली लघु ते कुटीर उद्योगों प्रति अनगहली खेतीबाड़ी के विकास वाल अनगहली उद्योगिक विकास की नीवी दर उद्योगिक विकास की नीवी दर पूंजी ते निवेश की घाट कुदरती साधना दी अधूरी वरतों दोषपूर्ण सिक्ख्या प्रणाली जाति प्रथा सांझे परिवार गरीबी मध्य श्रेणी विच वाधा गरीबी मध्य श्रेणी विच वाधा कामिਆਂ ते कित्ताकारां विच गतिशीलता की घाट कामिਆਂ ते कित्ताकारां विच गतिशीलता की घाट बालन ते शक्ति की घाट कुदरती साधना की घाट ठीक है। ते राजनीतिक भ्रिष्टाचार उद्योगिक आधुकरण कंप्यूटरीकरण इसते होर कई कारण हैं। उद्योगिक आधुनिकरण ते कंप्यूटरीकरण इसदे होर कई कारण हैं। ਇਹੋ ਹੀ ਕਾਰਨ है रोजगार ਦੇ ਮੌਕੇ ਦਿਨੋਂ ਦਿਨ ਘਟਦੇ ਜਾ ਰਹੇ ਹਨ। ਇਹੋ ਹੀ ਕਾਰਨ है रोजगार ਦੇ ਮੌਕੇ ਦਿਨੋਂ ਦਿਨ ਘਟਦੇ ਜਾ ਰਹੇ ਹਨ।
ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਨਾ ਹਰ ਸਰਕਾਰ ਦਾ ਨੈਤਿਕ ਫਰਜ਼ ਹੈ। ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਨਾ ਹਰ ਦੇਸ਼ ਦੇ ਨਾਗਰਿਕਾਂ ਦਾ ਨੈਤਿਕ ਫਰਜ਼ ਹੈ। ਸਰਕਾਰ ਨੂੰ ਪਰਿਵਾਰ ਨੂੰ ਤੇ ਸਿੱਖਿਆ ਦੀ ਕੈਂਪ ਲਗਾਉਣੇ ਚਾਹੀਦੇ, ਇਸ ਲਈ ਦ੍ਰਿੜ ਇਰਾਦੇ ਤੇ ਠੋਸ ਕਾਰਵਾਈ ਦੀ ਜ਼ਰੂਰਤ ਹੈ। ਇਸ ਲਈ ਦ੍ਰਿੜ ਇਰਾਦੇ ਤੇ ਠੋਸ ਕਾਰਵਾਈ ਦੀ ਜ਼ਰੂਰਤ ਹੈ। ਸੋ ਮੈਂ ਤੁਹਾਨੂੰ ਪੈਰਾਗ੍ਰਾਫ ਲਿਖ ਕੇ ਦਿਖਾਇਆ, ਠੀਕ ਹੈ। ਇਸ ਤਰ੍ਹਾਂ ਤੁਸੀਂ, ਮੈਂ ਜੋ ਵੀ ਸਿੰਬਲ ਜਾਂ ਸ਼ਾਰਟਕਟ ਕੀ ਉਹ ਸਾਰੀਆਂ ਪ੍ਰੈਸ ਕਰੀਆਂ, ਠੀਕ ਹੈ, ਤੁਹਾਨੂੰ ਨਾਲ ਨਾਲ ਦੱਸਿਆ। ਸੋ ਇਸ ਤਰ੍ਹਾਂ ਤੁਸੀਂ ਇਹਦੀ ਪੈਰਾਗ੍ਰਾਫ ਪ੍ਰੈਕਟਿਸ ਕਰ ਸਕਦੇ ਹੋ, ਠੀਕ ਹੈ। ਸੋ ਇਹ ਮੈਂ ਤੁਹਾਨੂੰ ਇੱਕ ਫੋਰ ਐਗਜ਼ਾਮਪਲ ਦਿਖਾਇਆ ਹੈਗਾ। ਘਰ ਵਿੱਚ ਤੁਸੀਂ ਇਸ ਤਰ੍ਹਾਂ ਬਾਰ-ਬਾਰ ਪ੍ਰੈਕਟਿਸ ਕਰਦੇ ਰਹੋ, ਤੁਹਾਡੀ ਟਾਈਪਿੰਗ ਸਪੀਡ ਆਪ ਹੀ ਇੰਪਰੂਵ ਹੋ ਜਾਵੇਗੀ, ਠੀਕ ਹੈ। ਸੋ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਣਾ। ਥੈਂਕਸ ਫॉर ਵਾਚਿੰਗ, ਟੇਕ ਕੇਅਰ।